the Bessel's equations and functions. Now this is the 6th lecture on this topic. Okay, so in the previous lectures we have discussed the recurrence formulas, okay, which I have designed here for your reference. ਇਹ ਦੋ ਫਾਰਮੂਲਾਸ ਸੀਗੇ ਜਿਸ ਦੇ ਵਿੱਚ ਅਸੀਂ ਡੈਰੀਵੇਟਿਵ ਫਾਈਂਡ ਕਰਦੇ ਸੀਗੇ jnx ਦਾ. jnx is the Bessel's function. j-nx ਜੇਕਰ ਸਾਨੂੰ ਇੰਡੈਕਸ ਇਨਕਰੀਜ਼ਿੰਗ ਫਾਰਮ ਦੇ ਵਿੱਚ ਚਾਹੀਦਾ ਹੋਊਗਾ ਤਾਂ ਅਸੀਂ ਡੈਰੀਵੇਟਿਵ ਦਾ ਇਹ ਵਾਲਾ ਫਾਰਮੂਲਾ ਯੂਜ਼ ਕਰਿਆ ਕਰਾਂਗੇ। ਇਨਕਰੀਜ਼ਿੰਗ ਫਾਰਮ ਮਤਲਬ ਜੇ ਸਾਨੂੰ ਮੰਨ ਲਓ ਉਹਨੇ ਪੁੱਛਿਆ ਹੈਗਾ ਸਪੋਜ਼ ਫॉर ਐਗਜ਼ਾਮਪਲ j-1 ਨੂੰ ਐਕਸਪ੍ਰੈਸ ਕਰੋ ਇਨ ਟਰਮਸ ਆਫ j2 ਤਾਂ ਉਰੇ ਤੁਸੀਂ ਦੇਖ ਸਕਦੇ ਹੋ n ਹੈ ਤੇ ਉਰੇ n+1 ਹੈ, ਇਹ ਇਨਕਰੀਜ਼ ਹੋ ਰਿਹਾ ਤਾਂ ਇਹ ਫਾਰਮੂਲਾ ਯੂਜ਼ ਕਰ ਲਾਂਗੇ। ਜੇ ਉਹਨੇ ਕਿਹਾ ਹੋਇਆ ਕਿ ਜਿਵੇਂ j1 ਹੈ ਉਹਨੂੰ ਐਕਸਪ੍ਰੈਸ ਕਰੋ ਇਨ ਟਰਮਸ ਆਫ j0, ਠੀਕ ਹੈ, ਇੰਡੈਕਸ ਡਿਕਰੀਜ਼ ਕਰਨ ਨੂੰ ਕਿਹਾ ਹੋਇਆ ਫਿਰ ਅਸੀਂ ਇਹ ਯੂਜ਼ ਕਰ ਲਾਂਗੇ। ਤਾਂ ਥੋੜਾ ਜਿਹਾ ਹੀ ਫਰਕ ਹੈ ਦੋਵੇਂ ਫਾਰਮੂਲਿਆਂ 'ਚ, ਇੱਕ ਤਾਂ ਉਰੇ ਪਲੱਸ ਦਾ n/x ਹੈਗਾ ਜਦੋਂ ਇਨਕਰੀਜ਼ਿੰਗ ਵਾਲਾ ਫਾਰਮੂਲਾ ਹੈਗਾ ਤੇ ਦੂਸਰਾ ਉਰੇ ਮਾਈਨਸ ਦਾ n/x ਹੈਗਾ ਜਦੋਂ ਡਿਕਰੀਜ਼ਿੰਗ ਵਾਲਾ ਹੈ। ਉਰੇ ਪਲੱਸ ਹੈ ਉਰੇ ਮਾਈਨਸ ਹੈ ਤੇ ਇਸੇ ਤਰ੍ਹਾਂ ਇਹ ਵਾਲੇ ਸਾਈਨ ਵੀ ਚੇਂਜ ਹੋ ਗਏ, ਮਾਈਨਸ ਪਲੱਸ ਤੇ n+1 ਇੱਥੇ n ਮਾਈਨਸ। ਇਹ ਦੋ ਫਾਰਮੂਲੇ ਡੈਰੀਵੇਟਿਵ ਦੇ। ਇੱਕ ਤੀਸਰਾ ਫਾਰਮੂਲਾ ਹੋਰ ਡੈਰੀਵੇਟਿਵ ਦਾ ਸੀਗਾ ਅਗੇਨ j-nx, ਜਿਹੜਾ ਕਿ ਦੋਵਾਂ ਨੂੰ ਐਡ ਕਰੀਏ, ਅਗਰ ਇਹਨਾਂ ਦੋ ਫਾਰਮੂਲਾਸ ਨੂੰ ਅਗਰ ਅਸੀਂ ਐਡ ਕਰ ਲਈਏ ਤਾਂ ਇਹ ਆਪਣੇ ਕੋਲ ਥਰਡ ਫਾਰਮੂਲਾ ਅਗੇਨ ਡੈਰੀਵੇਟਿਵ ਦਾ ਡਿਰਾਈਵ ਹੋ ਜਾਂਦਾ। ਇਸ ਦੇ ਵਿੱਚ ਦੋਵੇਂ ਤਰ੍ਹਾਂ ਦਾ ਹੈਗਾ, ਇਨਕਰੀਜ਼ਿੰਗ ਵੀ ਡਿਕਰੀਜ਼ਿੰਗ ਵੀ। ਤੇ ਜਿਹੜੇ ਕੁਐਸਚਨ ਸਾਨੂੰ ਉਹ ਡਿਮਾਂਡ ਕਰੇਗਾ ਕਿ ਇਨਕਰੀਜ਼ਿੰਗ ਫਾਰਮ ਦੇ ਵਿੱਚ ਵੀ ਚਾਹੀਦਾ ਔਰ ਡਿਕਰੀਜ਼ਿੰਗ ਫਾਰਮ ਦੇ ਵਿੱਚ ਵੀ ਚਾਹੀਦਾ ਤਾਂ ਅਸੀਂ ਉੱਥੇ ਇਹਨੂੰ ਯੂਜ਼ ਕਰ ਲਵਾਂਗੇ। ਉਸ ਤੋਂ ਬਾਅਦ ਇਹਨਾਂ ਦੋਵਾਂ ਤੋਂ ਹੀ ਡਿਰਾਈਵ ਹੋਏ ਸੀਗੇ ਆਹ ਵਾਲੇ ਫਾਰਮੂਲੇ ਸਾਡੇ ਕੋਲ। ਇਸ ਵਾਲੇ ਫਾਰਮੂਲੇ ਤੋਂ ਜਿਹੜਾ ਗ੍ਰੀਨ ਦੇ ਵਿੱਚ ਲਿਖਿਆ ਹੋਇਆ, ਇਸ ਫਾਰਮੂਲੇ ਤੋਂ ਆਹ ਵਾਲਾ ਫਾਰਮੂਲਾ ਅਸੀਂ ਡਿਰਾਈਵ ਕੀਤਾ ਸੀਗਾ ਜਿਸ ਦੇ ਵਿੱਚ jnx ਦੇ ਨਾਲ x ਮਾਈਨਸ n ਅਗਰ ਮਲਟੀਪਲਾਈਡ ਆ ਜਾਏ, ਜਿੰਨਾ j ਦਾ ਇੰਡੈਕਸ ਹੈ ਉਨੀ ਪਾਵਰ with negative sign, then it will be minus x minus n jn+1। ਤੇ ਸਿਮਿਲਰਲੀ ਇਹ ਤੋਂ ਰੈੱਡ ਵਾਲੇ ਤੋਂ ਅਸੀਂ ਇਹ ਵਾਲਾ ਡਿਰਾਈਵ ਕੀਤਾ ਸੀਗਾ, ਇਸ jnx ਦੇ ਨਾਲ ਅਗਰ e ਮਲਟੀਪਲਾਈ ਚ ਆ ਜਾਏ xn, ਇਸ ਚ ਜੋ ਇੰਡੈਕਸ ਹੈ ਉਹੀ ਐਗਜ਼ੈਕਟ ਪਾਵਰ with positive sign, then it will be xn jn-1। ਜੇ with negative sign ਮਲਟੀਪਲਾਈ ਹੋਏਗਾ ਤਾਂ ਇਹ ਇਨਕਰੀਜ਼ ਹੋ ਜਾਏਗਾ ਤੇ ਜੇ with positive ਪਾਵਰ ਨਾਲ ਮਲਟੀਪਲਾਈ ਹੋਏਗਾ ਤਾਂ ਇਹ ਡਿਕਰੀਜ਼ ਹੋ ਜਾਏਗਾ। ਇਸ ਤਰ੍ਹਾਂ ਤੁਸੀਂ ਇਹਨੂੰ ਯਾਦ ਰੱਖਣਾ ਹੈ। ਇਹ ਤੁਸੀਂ ਦੇਖ ਸਕਦੇ ਹੋ ਉਰੇ jn ਹੈ ਉਰੇ ਵੀ jn ਹੈ, बट फर्क यही है कि xn मल्टीप्लाइड है, जो पॉजिटिव पावर मल्टीप्लाइड है तो इन्हें अप्लाई कर दो, जो नेगेटिव इंडेक्स नाल मल्टीप्लाइड है तो इन्हें अप्लाई कर दो। नेगेटिव इंडेक्स की वारी बढ़ेगा और पॉजिटिव वारी जेड़ा है पॉजिटिव पावर वारी ये डिक्रीज होएगा। उस तो बाद ए वाले दो कुछ फॉर्मूले सीगे, इस कोई डेरिवेटिव नहीं है, कुछ नहीं है, सिंपल jnx जेड़ा है ओदी वैल्यू है। ये फॉर्मूला असी जदों n नू इंक्रीज भी करना और डिक्रीज भी करना उदों यूज कर लेना, और ए वाला फार्मूला उदो यूज करना है जो डिक्रीज ही करना है। n+1 तो डिक्रीज होके पहला n बन गया फिर n-1 बन गया, तो इस तरह तुसी इहनू यूज करया करना है। ते यही फार्मूला नू तुसी एवें भी लिख सकते हो, इन्हां नू भी इंटरचेंज कर लो, चाहे इहनू इधर ले आओ इहनू इधर ले जाओ, n-1 वाले नू इधर ले आओ n+1 वाले नू इधर ले आओ। ਇਹਦਾ मतलब यही फार्मूला ਜਿਹੜਾ है फिर इंक्रीजिंग फॉर्म ਦਾ हो गया क्योंकि इधर n-1 आ गया, इधर n है ते n+1 है, तो इट इज ऑलवेज इंक्रीजिंग नाउ। n-1 ਤੋਂ ਵੱਧ ਕੇ n ਹੋ ਗਿਆ, ਫਿਰ n ਤੋਂ ਵੱਧ ਕੇ n+1। ਤਾਂ ਇਹ ਸਾਰੇ ਫਾਰਮੂਲਾਜ਼ ਆਪਾਂ ਪਿਛਲੇ ਲੈਕਚਰ ਦੇ ਵਿੱਚ 5th ਲੈਕਚਰ ਦੇ ਵਿੱਚ ਇਹ ਡਿਰਾਈਵ ਕੀਤੇ ਸੀ ਤੇ ਅੱਜ ਇਹਨਾਂ ਦੇ ਬੇਸਡ ਅਸੀਂ ਜਿਹੜੇ ਨੂਮੈਰੀਕਲਸ ਹੈ, ਜਿਹੜੀਆਂ ਐਗਜ਼ਾਮਪਲਸ ਹੈ ਉਹ ਡਿਸਕਸ ਕਰਾਂਗੇ। ਨਾਓ ਦਾ ਐਗਜ਼ਾਮਪਲਸ based on these formulas. So first example is you have to find the value of j minus 3/2 and you have to prove it equal to minus root 2 by pi x cos x by x plus sin x. So in this question I am using this reference formula jn minus 1x 2n by x jnx minus jn plus 1x। ਜਿਹੜਾ ਸਭ ਤੋਂ ਲਾਸਟ ਫਾਰਮੂਲਾ ਹੁਣੀ ਆਪਾਂ ਪਿਛਲੀ ਸਲਾਈਡ ਦੇ ਵਿੱਚ ਦੇਖਿਆ ਸੀ ਉਹੀ ਫਾਰਮੂਲਾ ਅਸੀਂ ਅਪਲਾਈ ਕੀਤਾ ਹੈਗਾ। jn-1 ਨੂੰ ਇੱਧਰ ਲੈ ਆਂਦਾ, jn+1 ਨੂੰ ਰਾਈਟ ਸਾਈਡ ਤੇ ਸ਼ਿਫਟ ਕਰ ਦਿੱਤਾ। ਤੇ ਇਹੀ ਫਾਰਮੂਲਾ ਮੈਂ ਕਿਉਂ ਸਿਲੈਕਟ ਕੀਤਾ ਹੈਗਾ ਬਿਕੋਜ਼ ਪ੍ਰੀਵੀਅਸ ਲੈਕਚਰਸ ਦੇ ਵਿੱਚ ਇਹ ਵੀ ਡਿਸਕਸ ਹੋਇਆ ਸੀਗਾ ਕਿ j ਹਾਫ ਦੀ ਵੈਲਿਊ ਸਾਨੂੰ ਨੋਨ ਹੈਗੀ ਹੈ। We know the value of j1/2 and we also know the value of j-1/2. We know both these values j half and j-half। अगली स्लाइड अगले ਤੁਸੀਂ ਦੇਖੋਗੇ ਵੀ ਇਹਨਾਂ ਦੀ ਵੈਲਿਊਜ਼ ਕੀ ਹੁੰਦੀ ਹੈ ਆਬਵੀਅਸਲੀ ਲਿਖਾਂਗੇ। ਤਾਂ ਇਸੇ ਕਰਕੇ ਮੈਂ ਸਿਰਫ ਇਹ ਦੱਸਣਾ ਚਾਹ ਰਿਹਾ ਹਾਂ ਕਿ ਇਹ ਫਾਰਮੂਲਾ ਇਹੀ ਵਾਲਾ ਕਿਉਂ ਸਿਲੈਕਟ ਕੀਤਾ ਬਿਕੋਜ਼ ਸਾਨੂੰ j1/2 ਔਰ j-1/2 ਦੀ ਵੈਲਿਊ ਪਤਾ ਹੈ ਕਿ ਤਾਂ -3/2 ਦੇ ਵਿੱਚ ਜੇ 1 ਪਲੱਸ ਕਰ ਦਈਏ ਯੂ ਕੈਨ ਸੀ ਜੇ -3/2 ਦੇ ਵਿੱਚ +1 ਕਰ ਦਈਏ ਇਟ ਵਿਲ ਚੇਂਜ ਟੂ -1/2 ਔਰ ਜੇ ਫਰਦਰ ਇਹਦੇ ਵਿੱਚ ਵੀ 1 ਪਲੱਸ ਕਰ ਦਈਏ ਇਟ ਵਿਲ ਚੇਂਜ ਟੂ +1/2। ਸੋ 1 ਪਲੱਸ ਕੀਤਾ ਫਿਰ 1 ਪਲੱਸ ਕੀਤਾ ਤਾਂ -ਹਾਫ ਤੇ +ਹਾਫ ਔਰ ਇਹ ਦੋਵੇਂ ਵੈਲਿਊ ਸਾਨੂੰ ਆਉਂਦੀਆਂ ਨੇ। ਤਾਂ ਇਸ ਫਾਰਮੂਲੇ ਦੇ ਵਿੱਚ ਇਹੀ ਹੈ, ਦੇਖ ਲਓ ਇੱਧਰ n-1 ਹੈ ਜੇਕਰ ਤਾਂ ਇਸ 'ਚ 1 ਪਲੱਸ ਹੋ ਗਿਆ n ਫਿਰ 1 ਪਲੱਸ ਹੋ ਗਿਆ n+1। ਸੋ ਹੋਪ ਸੋ ਯੂ ਅੰਡਰਸਟੈਂਡ ਇਟ। ਤਾਂ ਇਟ ਮੀਨਸ ਸਾਨੂੰ n ਕੀ ਸਬਸਟੀਟਿਊਟ ਕਰਨਾ ਚਾਹੀਦਾ ਉਰੇ
जे n ਅਸੀਂ -1/2 substitute ਕਰਾਂਗੇ, then you will get j -3/2 here, and here you will get j minus half, and here you will get j plus half, and both the values of j minus half and j half x will be substituted here. J minus half x is under root 2 by pi x cos x, j half x is under root 2 by pi x sin x. So substitute it here, you will get the desired. अगर ये values उधर substitute करोगे, you can see easily, you will get the desired result. The next question is j 3/2x equal to this. ਹੁਣ previous question ਦੇ ਵਿੱਚ ਸੀਗਾ j minus 3/2, ਉਰੇ ਹੈਗਾ j plus 3/2. ਇਹਨੂੰ ਅਸੀਂ find ਕਰਨਾ ਹੈ। ਤਾਂ ਇਸ ਦੇ ਵਿੱਚ ਜਿਹੜਾ recurrence formula ਹੈਗਾ again ਉਹੀ ਹੈ, but by switching the terms ਕੀ ਕੀਤਾ, ਇਸ ਵਾਰ ਇੱਧਰ n plus 1 ਰੱਖ ਲਿਆ ਔਰ ਇੱਧਰ n minus 1. The reason is because we have 3/2 and we don't want to increase it, we want to decrease it, because 3/2 minus 1 is 1/2, and if we further decrease it, half minus 1 will be -1/2, and the value of j 1/2 and j minus 1/2 are known to us. So that's why we are using this formula in the decreasing form, कि साडा index जेड़ा है वो decrease ही होवे right side. तो n ਨੂੰ ਅਸੀਂ ਕੀ substitute करिए, अगर 1/2 you will get j 3/2, और उरे n ਨੂੰ 1/2 put करोगे you will get 1 upon x, तो उरे आ जाएगा j 1/2 और उरे आ जाएगा j minus 1/2. So again substituting the values of j minus 1/2 and j plus 1/2, you will get the desired result. Substitute here, j half the value हैगी root 2 by pi x sin x, और j minus half the value हैगी root 2 by pi x cos x. ये common आ जाऊगा, sin x by x minus cos x. The next question is d by dx of j n x square is equal to x by 2n j square n minus 1x minus j square n plus 1x. Derivative solve करना है j n x the square का. So according to the power rule of derivative, d by dx of j n x square will be, पहला power rule apply हो गया 2j n x and then j dash n x. Now notice one thing, you will need the result in decreasing index as well as in increasing index, jn minus 1 as well as in jn plus 1. Both the terms are present. So we will use the formula again, the last formula जो ਅਸੀਂ पिछले क्वेश्चन से भी यूज करते हैं, बट इस बार jnx ਨੂੰ ਇੱਧਰ ਰੱਖ ਲਿਆ ਹੈਗਾ ਔਰ ਇਹ ਦੋਵੇਂ ਟਰਮਸ ਉੱਧਰ ਆਈਆਂ ਹਨ, ਬਿਕੋਜ਼ ਸਾਨੂੰ ਜਿਹੜਾ ਫਾਰਮੂਲਾ ਹੈਗਾ ਉਹ ਇਨਕਰੀਜ਼ਿੰਗ ਡਿਕਰੀਜ਼ਿੰਗ ਦੋਵਾਂ ਫਾਰਮਸ ਵਾਲਾ ਚਾਹੀਦਾ ਸੀਗਾ, ਕਿਉਂਕਿ ਰਿਜ਼ਲਟ ਸਾਡਾ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਦੋਵੇਂ ਫਾਰਮ ਦੇ ਵਿੱਚ ਹੈ. So we are using the value of jnx now, x by 2n jn minus 1x plus jn plus 1. And the second term is the derivative, and we are using the formula of derivative like this. जेड़ा साडे कोल third formula सीगा derivative दे विच j dash nx, in which both are available, increasing as well as decreasing. This is increasing and this is decreasing. Half jn minus 1 minus jn plus 1. So if we substitute these two values, the value of jnx here and the value of j dash nx here, you can see it easily. एक 2 ਤੁਹਾਡਾ ਉਰੇ cancel ਹੋ ਜਾਊਗਾ, a plus b a minus b वाला formula लाके a square minus b square बन जाऊगा, मतलब आ चीज बन जाऊगी ਤੁਹਾਡੇ j square n minus 1x minus j square n plus 1x, और बाहर ਤੁਹਾਡੇ ਕੋਲ ਕੀ ਪਿਆ ਹੈਗਾ ਇਹਦੇ x by 2. So in this way you can derive this question, the solution for this question. The next question is j double dash nx. Now this is the double derivative of jnx. We have to prove it. 1 by 4 jn minus 2x minus 2 jnx plus jn plus 2x. We have to do the double derivative of jnx. So solution, the first derivative of jnx we are using here, which is in the decreasing as well as in the increasing form. Why? Because check the solution, इधर n हैगा, इधर n minus 2 भी है, n plus 2 भी है, दोनों तरह का अवेलेबल है, in decreasing form का भी, increasing form का. So that's why we are using the formula for j dash nx of increasing as well as in decreasing form. जिस दोवें टर्म्स आंदियां होन ਉਹ वाला formula ਅਸੀਂ यूज करते हैं. ਤਾਂ ਇਹ ਤਾਂ ਹਲੇ ਇੱਕ ਡੈਰੀਵੇਟਿਵ ਹੋਇਆ jn ਦਾ, ਬਟ ਉਹਨੇ ਕੁਐਸਚਨ ਦੇ ਵਿੱਚ ਡਿਮਾਂਡ ਸਾਡੇ ਕੋਲ ਕੀਤਾ ਹੈਗਾ ਦੋ ਡੈਰੀਵੇਟਿਵ, ਡਬਲ ਡੈਸ਼ ਹੈ. So performing the second derivative of equation number 1, you will get j double dash, and here you will get j dash n minus 1 and here j dash n plus 1. Now ਜਿਹੜੇ ਫਾਰਮੂਲੇ ਅਸੀਂ यूज करने हैं,
again substitute values of j dash n minus 1, j dash n plus 1 again using 1. ਦੁਬਾਰਾ ਤੋਂ ਅਸੀਂ ਇਹੀ ਚੀਜ਼ ਜਿਹੜਾ ਹੈ ਇਹੀ ਫਾਰਮੂਲਾ ਨੰਬਰ 1 ਜਿਹੜਾ ਹੈ ਯੂਜ਼ ਕਰਾਂਗੇ ਬਟ ਉਰੇ ਤੁਸੀਂ ਚੈੱਕ ਕਰੋ ਇੱਥੇ ਸਾਡਾ ਇੰਡੈਕਸ ਹੋ ਗਿਆ ਹੈਗਾ n 1 ਤੇ ਉਰੇ ਸਾਡਾ ਇੰਡੈਕਸ ਹੈਗਾ n ਤਾਂ ਇਟ ਮੀਨਸ ਜੇ ਅਸੀਂ ਇਸ ਦੀ ਵੈਲਿਊ ਆਬਟੇਨ ਕਰਨੀ ਹੈ ਤਾਂ ਉਰੇ ਸਾਰੇ ਕਿਤੇ n ਨੂੰ ਕਿਹਦੇ ਨਾਲ ਰਿਪਲੇਸ ਕਰਨਾ ਪਊਗਾ n 1 ਦੇ ਨਾਲ ਤਾਂ ਇਹ ਇਹਦੇ ਵਿੱਚ ਰਿਪਲੇਸ ਹੋ ਜਾਊਗਾ n 2 ਚ ਔਰ ਉਰੇ ਤੁਹਾਡੇ ਕੋਲ ਇਹ ਬਣ ਜਾਏਗਾ n. You have to just replace n by n minus 1 in first to find the value of j dash n minus 1. And similarly for j dash n plus 1, you have to replace here n by n plus 1. इधर n plus 1 हो जाऊगा, इथे ये n बन जाऊगा और ये बन जाऊगा थोड़ा n plus 2. और तुसी देख सकते हो जेडे इंडेक्सेस थोड़े को राइट साइड पे आ रहे हैं n minus 2 आ रहा है n आ रहा है या फिर n plus 2 यही तीनों इंडेक्सेस सानू उरे डिमांड दे विच है सॉल्यूशन दे विच चाहिए. So that's why we are again using the same formula but now this for j dash n minus 1 and j dash n plus 1 by replacing n with n minus 1 and n with n plus 1 respectively. So you can see the value of j dash n minus 1 will break into these two values according to this formula j n minus 2 and j n x, and the value of j dash n plus 1 is break into these two terms. ठीक है बिकॉज माइनस साइन सीगा तो इन्होंने सिंबल्स भी रिवर्स करते उरे में क्या सी ना n आऊगा तो माइनस जे एन और ए वाला प्लस जे एन प्लस 2 और उरे 1/2 सीगा और 1/2 इन्हां दोवां दा आ गया तो इस करके बाहर हो गया साडे कोल 1/4. सो इन दिस वे यू विल गेट द डिजायर्ड रिजल्ट. तो ए माइनस जे एन एक्स माइनस 2 जे एन एक्स बन गया हैगा एंड रेस्ट ऑफ द टर्म सेम है. तो इस तरह ए वाला फार्मूला भी साडा डिराइव हो गया. Yes. The next question is j naught double dash. Now we are doing the double derivative of j naught and we have to prove it half j2x minus j naught x. That means we need 0 in increasing index only. You can see here we have only 2. That means we need to increase it. So firstly the using the formula in which the index is increased after doing derivative, because we need index only in the increasing form. So j dash nx n by x jnx minus jn plus 1x, and here replace n with 0, you will get this value. जे n ਨੂੰ 0 ਸਬਸਟੀਟਿਊਟ ਕਰੋਗੇ ਉਰੇ ਤਾਂ ਤੁਹਾਡੇ ਕੋਲ ਇਹ ਵੈਲਿਊ ਜਿਹੜੀ ਹੈ ਬਣ ਜਾਊਗੀ. ਚੈੱਕ ਕਰ ਸਕਦੇ ਹੋ ਫਸਟ ਟਰਮ 0 ਹੋ ਜਾਏਗੀ ਕਿਉਂਕਿ ਉੱਪਰ n ਹੈਗਾ 0 ਪੁੱਟ ਕਰਨਾ n ਨੂੰ और इधर minus j1 बन गया. But this is only the first derivative of j naught, but we need double derivative. So differentiating both sides, j naught double dash x is equal to minus j1 dash. Now we need the value of j1 dash. So j1 dash ਦੀ value ਜਿਹੜੀ ਹੈ again ਅਸੀਂ ਇਸ ਫਾਰਮੂਲੇ ਨੂੰ ਐਵੇਂ ਯੂਜ਼ ਕਰਾਂਗੇ ਕਿਉਂਕਿ ਜਿਹੜਾ ਆਨਸਰ ਹੈ ਉਹ ਸਾਡੇ ਕੋਲ ਡਿਮਾਂਡ ਕਰ ਰਿਹਾ 2 ਔਰ 0 ਦੇ ਵਿੱਚ. That means 1 ਤੋਂ increase ਵੀ ਕਰਨਾ ਹੈਗਾ ਔਰ decrease ਵੀ ਕਰਨਾ 0 and 2. 1 ਦਾ 0 ਵੀ ਆਵੇ ਤੇ 2 ਵੀ ਆਵੇ. So that's why now we are using this formula in which the index is increasing as well as decreasing. So according to this formula, substituting n equal to 1 here, you will get the value of j1 dash is half j naught x minus j2x. And from 1 and 2, substituting this value in here, substituting the value of j1 dash here, you will get the desired result. You can easily check it. Because minus j1 dash सीगा तो यहाँ the symbol reverse हो गया, j2x positive हो गया, j naught x negative हो गया. So in this way you will get the desired result. The next question is integral. Now we have integral x j2x. j2x then x multiply किता, then we have to solve the integration and prove that this is equal to this. Minus x j1x minus 2 j naught x plus c. But we know the formulas for derivative, so you can alternatively consider the question as like this. Sorry, just wait. This one की कितना इधर जे इंटीग्रल है, then differentiating both sides, तो इधर इंटीग्रल कैंसिल होके इधर डेरिवेटिव हो गया. So that means you can consider the statement like this now. Minus d by dx of minus x j1x minus 2 j naught x equal to x j2x.
ਤਾਂ ਜਿਸ ਦਾ ਅਸੀਂ ਇੰਟੈਗਰਲ ਕਰਨਾ ਸੀ ਤਾਂ ਅਸੀਂ ਇਹਦਾ ਆਲਟਰਨੇਟਿਵਲੀ ਕੀ ਕਰ ਲਿਆ ਹੈਗਾ ਕਿ ਇਹਦੀ ਇੰਟੀਗ੍ਰੇਸ਼ਨ ਕਰਨ ਦੀ ਬਜਾਏ ਇੱਧਰ ਵਾਲੀ ਸਟੇਟਮੈਂਟ ਦਾ ਅਸੀਂ ਡੈਰੀਵੇਟਿਵ ਕਰ ਲਿਆ ਤੇ ਇਹਦਾ ਡੈਰੀਵੇਟਿਵ ਕਰਕੇ ਅਸੀਂ ਇਹ ਆਨਸਰ ਆਬਟੇਨ ਕਰ ਲਈਏ x j to x ਦਾ मीनिंग इज सेम कि ਇਹਦਾ ਡੈਰੀਵੇਟਿਵ ਕਰਕੇ ਇਹ ਆ ਗਿਆ ਇਟ ਮੀਨਸ ਇਹਦਾ ਇੰਟੈਗਰਲ a ਬਣ ਜਾ so that's why I have written alternatively given question can be restated as ਇਧਰੋਂ ਇੰਟੈਗਰਲ ਹਟਾ ਕੇ ਇੱਧਰ ਡੈਰੀਵੇਟਿਵ ਪਾ और प्लस c ਸੀਗਾ ਸੋ ਨੈਕਸਟ ਸਟੈਪ ਦੇ ਵਿੱਚ ਇਹ c ਦਾ ਡੈਰੀਵੇਟਿਵ ਕਿਉਂਕਿ 0 ਹੀ ਹੋ ਜਾਣਾ ਤਾਂ ਇਸ ਲਈ ਇਹਨੂੰ ਹਟਾ ਕੇ ਸਿਰਫ ਇਹੀ ਲੈ ਲਿਆ -xj1x -2j0x ਤਾਂ ਇਸ ਦਾ ਡੈਰੀਵੇਟਿਵ ਅਸੀਂ ਪ੍ਰੂਫ ਕਰਨਾ ਹੈਗਾ x j to x ਦੇ ਬਰਾਬਰ ਹੈ then we will get the desired result so operating derivative of the left hand side but firstly we should aware that which formula should be used because here you have x j1x you have to use its formula x j1x x multiplied है इस बार ਤਾਂ ਉਰੇ ਤੁਸੀਂ ਦੇਖ ਸਕਦੇ ਹੋ x ਦੀ ਪਾਵਰ ਉਨੀ ਹੀ ਹੈ ਜਿੰਨਾ j ਦਾ ਇੰਡੈਕਸ ਹੈ so this formula can be applicable x n j n x this formula should be applicable so n equals to 1 ਦੇ ਨਾਲ ਇਹ formula apply ਕਰਾਂਗੇ ਠੀਕ ਹੈ ਤੇ ਇੱਧਰ ਸੈਕਿੰਡ ਟਰਮ ਸੀ ਕਿ j0 ਡੈਰੀਵੇਟਿਵ ਆਫ ਓਨਲੀ j0 ਤੇ ਲਾਸਟ ਕੁਐਸਚਨ ਦੇ ਵਿੱਚ ਅਸੀਂ ਡਿਰਾਈਵ ਕੀਤਾ ਵੀ ਸੀਗਾ ਕਿ ਜਿਹੜਾ j0 ਹੈਗਾ ਉਸ ਦਾ ਡੈਰੀਵੇਟਿਵ ਕੀ ਸੀ -j1 so using these formulas you will get ਇਹ ਵਾਲੀ ਟਰਮ ਜਿਹੜੀ ਹੈ you can see ਇਸ formula ਦੇ ਅਕੋਰਡਿੰਗ x ਦੀ ਪਾਵਰ 0 j0 means sorry x ਦੀ ਪਾਵਰ 1 j0 ਤਾਂ x -x j0x और j0 डैश ਦਾ ਡੈਰੀਵੇਟਿਵ -j1 ਸੀ ਤਾਂ ਇਹ ਮਾਈਨਸ ਇਸ ਕਰਕੇ ਪਲੱਸ ਹੋ ਗਿਆ +2 j1x right now ਤੁਹਾਡੇ ਕੋਲ ਦੋ ਟਰਮਸ ਹੈ ਲੈਫਟ ਸਾਈਡ ਤੇ ਇੱਕ ਹੈਗੀ ਆਪਣੇ ਕੋਲ you can see j0 है और j1 है but we need the result only in terms of j2 -x j0 + 2 j1 ਇੱਕ ਵਾਰ ਡੈਰੀਵੇਟਿਵ ਤਾਂ ਸੋਲਵ ਹੋ ਗਿਆ ਸੀ ਬਟ ਜੋ ਡਿਜ਼ਾਇਰਡ ਸੀਗਾ ਉਹ ਨਹੀਂ ਆਇਆ ਸਾਡੇ ਕੋਲ ਤਾਂ j0 ਹੈ ਤੇ j1 ਹੈ ਤਾਂ 0 ਐਂਡ 1 ਇਹਨਾਂ ਨੂੰ ਚੇਂਜ ਕਰਨਾ ਹੈਗਾ ਅਸੀਂ ਸਿੰਗਲ 2 ਦੇ ਵਿੱਚ ਇਹਨਾਂ ਇਸ ਟਰਮ ਨੂੰ ਸਾਰੀ ਨੂੰ ਚੇਂਜ ਕਰਨਾ ਹੈਗਾ x j2 x ਦੇ ਵਿੱਚ ਮਤਲਬ j0 ਤੇ j1 ਇਹ ਦੋਵੇਂ ਇੰਡੈਕਸਸ ਅਸੀਂ ਮਰਜ ਕਰਨੇ ਆ j2 ਬਣਾਉਣਾ ਹੈ ਤਾਂ ਉਹਦੇ ਲਈ ਕੀ ਕਰਦੇ ਆ ਆਹ ਵਾਲਾ ਜਿਹੜਾ ਫਾਰਮੂਲਾ ਹੈ ਇਹ ਵਾਲਾ ਯੂਜ਼ ਕਰਦੇ ਆ ਕਿਉਂ ਯੂਜ਼ ਕੀਤਾ ਬਿਕੋਜ਼ ਇਸ ਦੇ ਵਿੱਚ ਤਿੰਨ ਇੰਡੈਕਸ ਹੈ ਕੰਟੀਨਿਊਏਸ਼ਨ n n-1 n+1 ਕੰਸੈਕਿਊਟਿਵ ਹੈ n-1 n n+1 ਔਰ ਜਿਹੜੇ ਸਾਡੇ ਕੋਲ ਇੰਡੈਕਸਸ ਨੇ ਚੇਂਜ ਕਰਨ ਵਾਸਤੇ ਉਹ ਵੀ ਕੰਸੈਕਿਊਟਿਵ ਹੈ 0 1 2 0 1 ਨੂੰ ਚੇਂਜ ਕਰਨਾ ਸੀ 2 ਦੇ ਵਿੱਚ ਤਾਂ ਇਟ ਮੀਨਸ ਇਸ ਨੂੰ ਅਸੀਂ 0 ਬਣਾਵਾਂਗੇ ਇਸ n ਨੂੰ ਅਸੀਂ 1 ਬਣਾਵਾਂਗੇ ਔਰ n+1 ਫਿਰ ਸਾਡਾ 2 ਹੋ ਜਾਊਗਾ ਮੀਨਸ ਜੇ n ਨੂੰ ਅਸੀਂ 1 ਪੁੱਟ ਕਰੀਏ ਤਾਂ n-1 0 ਹੋ ਜੂ ਇਹ 1 ਹੋ ਜੂ ਔਰ ਇਹ 2 ਹੋ ਜੂ ਤਾਂ ਇਹ ਫਾਰਮੂਲਾ ਤਾਂ ਹੀ ਕਰਕੇ ਸਿਲੈਕਟ ਕੀਤਾ ਕਿਉਂਕਿ ਇਸ ਚ ਤਿੰਨੋਂ ਕੰਸੈਕਿਊਟਿਵ ਆਉਂਦੇ ਆ ਤੇ ਸਾਨੇ ਜਿਹੜੇ ਕਨਵਰਟ ਕਰਨੇ ਆ ਉਹ ਵੀ ਇੰਡੈਕਸਸ ਤਿੰਨੋਂ ਕੰਸੈਕਿਊਟਿਵ so that's why in this formula we are replacing n with 1 put n equals to 1 so you get j1x equal to x by 2 j0 plus j2 ਤੇ ਜੋ ਸਾਡੇ ਕੋਲ ਕੁਐਸਚਨ ਦੇ ਵਿੱਚ ਰਾਈਟ ਹੈਂਡ ਸਾਈਡ ਆਈ ਸੀਗੀ ਉਹ ਬਣਾ ਲਓ ਦੇਖ ਲਓ 2 ਇੱਧਰ ਕ੍ਰਾਸ ਮਲਟੀਪਲਾਈ ਹੋ ਗਿਆ 2j1 -x j0 ਔਰ ਇੱਧਰ ਰਿਮੇਨਿੰਗ ਰਹਿ ਗਿਆ xj ਤੇ ਇਹ ਵਾਲੀ ਵੈਲਿਊ ਤੁਸੀਂ ਉੱਥੇ 1 ਦੇ ਵਿੱਚ ਸਬਸਟੀਟਿਊਟ ਕਰ ਦਿਓ ਠੀਕ ਹੈ 2j1 -x j0 here ਪੂਰੇ ਸਬਸਟੀਟਿਊਟ ਕਰ ਦਿਓ ਆਹੀ ਵਾਲੀ ਵੈਲਿਊ ਹੈ ਨਾ 2j1 -x j0 and this is equals to ਕੀ ਡਿਰਾਈਵ ਕੀਤਾ xj2 so we will get the desired result ਜੋ ਅਸੀਂ ਪ੍ਰੂਫ ਕਰਨਾ ਸੀ ਉਹ ਆ ਗਿਆ